ਵੈਲਕਮ ਟੂ ਦ ਚੈਨਲ। ਅੱਜ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਅਥਾਰਟੀ ਦੇ ਬਾਰੇ। ਇਸ ਤੋਂ ਪਹਿਲਾਂ ਦੇ ਜਿੰਨੇ ਵੀ ਟੌਪਿਕ ਨੇ ਉਹਨਾਂ ਦੀ ਵੀਡੀਓ ਜਿਹੜੀ ਆ ਤੁਹਾਨੂੰ ਮਿਲ ਜਾਏਗੀ। ਤੁਸੀਂ ਜਾ ਕੇ ਪਲੇਲਿਸਟ ਦੇ ਵਿੱਚ ਵੀ ਚੈੱਕ ਕਰ ਸਕਦੇ ਜੋ। ਚੈਨਲ ਵਿਜ਼ਿਟ ਜ਼ਰੂਰ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਬਿਕੋਜ਼ ਇੰਪੋਰਟੈਂਟ ਕੁਐਸਚਨਸ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਐਂਡ ਜਿੰਨੀਆਂ ਵੀ ਇੰਪੋਰਟੈਂਟ ਇੰਸਟਰਕਸ਼ਨਸ ਆਉਂਦੀਆਂ ਨੇ, ਅਪਡੇਟਸ ਆਉਂਦੀਆਂ ਨੇ, ਉਹ ਤੁਹਾਨੂੰ ਇਸ ਚੈਨਲ 'ਤੇ ਪ੍ਰੋਵਾਈਡ ਹੋ ਜਾਣਗੀਆਂ। ਹੁਣ ਆਪਾਂ ਡਿਸਕਸ ਕਰਦੇ ਹਾਂ ਇੰਟਰੋਡਕਸ਼ਨ ਟੂ ਅਥਾਰਟੀ। ਅਥਾਰਟੀ ਕੀ ਹੁੰਦੀ ਹੈ? BA ਸੈਕਿੰਡ ਸਮੈਸਟਰ ਪੋਲੀਟੀਕਲ ਸਾਇੰਸ ਦਾ ਟੌਪਿਕ ਆ, ਸੈਕਸ਼ਨ B ਸੈਕਿੰਡ ਪਾਰਟ। ਠੀਕ ਆ, ਇਸ ਤੋਂ ਪਹਿਲਾਂ ਸਾਰੇ ਟੌਪਿਕ ਮੈਂ ਕਵਰ ਕਰਵਾਤੇ ਸੀ। ਅੱਜ ਆਪਾਂ ਕਰਨ ਜਾ ਰਹੇ ਹਾਂ ਅਥਾਰਟੀ ਦੇ ਬਾਰੇ। ਇਸ ਦੇ ਵਿੱਚ ਆਪਾਂ ਸਭ ਕੁਝ ਡਿਸਕਸ ਕਰ ਲਾਂਗੇ। ਇੱਕੋ ਵੀਡੀਓ ਦੇ ਵਿੱਚ ਆਪਾਂ ਸਭ ਕੁਝ ਜਿਹੜਾ ਆ ਸਿਲੇਬਸ ਦੇ ਅਕੋਰਡਿੰਗ ਜਿਹੜਾ ਉਹ ਕਵਰ ਹੋ ਜਾਏਗਾ। ਈਜ਼ੀ ਜੀਆਂ ਲਾਈਨਸ ਨੇ, ਈਜ਼ੀ ਵਰਡਿੰਗ ਆ, ਤੁਹਾਨੂੰ ਪੜ੍ਹਨ ਦੇ ਵਿੱਚ ਕੋਈ ਮੁਸ਼ਕਿਲ ਨਹੀਂ ਹੋਵੇਗੀ, ਈਜ਼ੀ ਲਰਨ ਆਊਟ ਹੋ ਜਾਏਗਾ। ਸੱਤਾ ਹੁੰਦੀ ਕੀ ਹੈ? ਇੱਥੇ ਥੋੜ੍ਹਾ ਜਿਹਾ ਚੇਂਜ ਕਰ ਲਿਓ, ਸੱਤਾ ਆਣੀ ਸੀ। ਯਾਨੀ ਕਿ ਅਥਾਰਟੀ ਇੱਕ ਅਜਿਹਾ ਤਾਕਤਮੰਦ ਸੰਕਲਪ ਹੈ ਜੋ ਕਿਸੇ ਵਿਅਕਤੀ ਜਾਂ ਸੰਸਥਾ ਨੂੰ ਨਿਯਮ ਬਣਾਉਣ, ਲਾਗੂ ਕਰਨ ਅਤੇ ਲੋਕਾਂ ਨੂੰ ਮੰਨਣ ਲਈ ਵਿਧਾਨਾਤਮਕ ਤਾਕਤ ਦਿੰਦਾ ਹੈ। ਯਾਨੀ ਕਿ ਸੱਤਾ ਅਜਿਹਾ ਤਾਕਤਮੰਦ ਅਜਿਹੀ ਸੰਸਥਾ ਹੁੰਦੀ ਹੈ ਜੋ ਕਿਸੇ ਵਿਅਕਤੀ ਜਾਂ ਸੰਸਥਾ ਨੂੰ, ਠੀਕ ਹੈ, ਜਿਹੜੀ ਸੰਸਥਾ ਆ ਉਸ ਕੋਲੋਂ ਜੇਕਰ ਸੱਤਾ ਹੈਗੀ ਆ ਤਾਂ ਉਹ ਨਿਯਮ ਬਣਾ ਵੀ ਸਕਦੀ ਆ, ਉਹ ਲਾਗੂ ਵੀ ਕਰ ਸਕਦੀ ਆ ਅਤੇ ਲੋਕਾਂ ਨੂੰ ਮੰਨਣ ਲਈ ਮਜਬੂਰ ਵੀ ਕਰ ਸਕਦੀ ਆ। ਲੋਕ ਉਸ ਨੂੰ ਮੰਨਣ ਲਈ ਖੁਦ ਬ ਖੁਦ ਮਨਜ਼ੂਰ ਹੋ ਜਾਣਗੇ। ਜਿਵੇਂ ਕਿ ਗੱਲ ਕਰੀਏ ਸਰਕਾਰ ਦੀ, ਸਰਕਾਰ ਸਾਡੇ ਵੱਲੋਂ ਚੁਣੀ ਜਾਂਦੀ ਹੈ। ਸਰਕਾਰ ਦੇ ਕੋਲ ਸੱਤਾ ਆ, ਜਿਸ ਕਰਕੇ ਉਹ ਨਿਯਮ ਬਣਾਉਂਦੀ ਆ, ਲਾਗੂ ਕਰਦੀ ਆ ਅਤੇ ਅਸੀਂ ਉਸ ਨੂੰ ਮੰਨਣ ਲਈ ਮਜਬੂਰ ਹੁੰਦੇ ਹਾਂ। ਹਾਲਾਂਕਿ ਸਾਡੇ ਦੇਸ਼ ਦੇ ਵਿੱਚ ਡੈਮੋਕ੍ਰੇਟਿਕ ਲੋਕਤੰਤਰੀ ਸਰਕਾਰ ਵਾ, ਜਿਸ ਕਰਕੇ ਜੇਕਰ ਫੈਸਲਾ ਗਲਤ ਲੱਗਦਾ ਆ ਤਾਂ ਉਸਦਾ ਵਿਰੋਧ ਕੀਤਾ ਜਾਂਦਾ। ਪਰ ਜੇਕਰ ਤੁਸੀਂ ਤਾਨਾਸ਼ਾਹੀ ਜਾਂ ਹੋਰ ਸਰਕਾਰਾਂ ਦੀ ਗੱਲ ਕਰੀਏ ਤਾਂ ਉੱਥੇ ਜਿਹੜਾ ਸਰਕਾਰ ਨੇ ਤਾਂ ਜਿਹੜੀ ਸੱਤਾ ਨੇ, ਸਰਕਾਰ ਜਿਸ ਕੋਲ ਸੱਤਾ ਹੈਗੀ ਹੈ ਉਹ ਕਾਨੂੰਨ ਨਿਯਮ ਬਣਾ ਦਿੰਦੀ ਹੈ, ਉਸ ਨੂੰ ਚੇਂਜ ਨਹੀਂ ਕਰ ਸਕਦੇ। ਸੱਤਾ ਦਾ ਅਰਥ ਕੀ ਹੁੰਦਾ ਹੈ? ਮੀਨਿੰਗ ਆਫ ਅਥਾਰਟੀ ਕੀ ਹੁੰਦੀ ਹੈ? ਸੇਮ ਉਹੀ ਗੱਲ ਆ ਕਿ ਜਿਹੜੇ ਸੰਸਥਾ ਕੋਲੇ, ਜਿਹੜੀ ਵਿਅਕਤੀ ਕੋਲੇ ਦੁਆਰਾ ਨਿਯਮ ਬਣ ਜਾਂਦਾ ਆ, ਨਿਰਦੇਸ਼ ਜਾਰੀ ਕਰ ਜਾਂਦਾ ਆ, ਲੋਕਾਂ ਨੂੰ ਉਹ ਪਾਲਣ ਕਰਨ ਦੀ ਕਾਨੂੰਨੀ ਯੋਗਤਾ ਹੈ। ਲੋਕਾਂ ਵੱਲੋਂ ਉਹਨਾਂ ਦਾ ਪਾਲਣ ਕਰਨਾ ਕਾਨੂੰਨ ਦੇ ਦੁਆਰਾ ਮਾਨਤਾ ਹੋਵੇਗੀ। ਲੋਕਾਂ ਉਹ ਮੰਨਣ ਨੂੰ ਮਜਬੂਰ ਹੋਣਗੇ ਬਿਕੋਜ਼ ਉਹ ਕਾਨੂੰਨ ਦੇ ਅਨੁਸਾਰ ਰਾਈਟ ਆ। ਉਸ ਤੋਂ ਬਾਅਦ ਉਹ ਗੱਲ ਆਉਂਦੀ ਹੈ ਵਿਦਵਾਨਾਂ ਦੁਆਰਾ ਸੱਤਾ ਦੀ ਪਰਿਭਾਸ਼ਾ, ਡੈਫੀਨੇਸ਼ਨਸ ਆਫ ਅਥਾਰਟੀ ਬਾਏ ਸਕਾਲਰਸ। ਠੀਕ ਹੈ, ਡੈਫੀਨੇਸ਼ਨਸ ਕੀ ਹੁੰਦੀਆਂ ਨੇ? ਵੈਕਸ ਵੈਬਰ ਦੀ ਈਜ਼ੀ ਡੈਫੀਨੇਸ਼ਨ ਹੈ। ਸਭ ਤੋਂ ਪਹਿਲੀ ਗੱਲ ਦੱਸਦਾ ਕਿ ਜਿਹੜੀਆਂ ਮੈਕਸ ਵੈਬਰ ਹੁੰਦੇ ਨੇ, ਇਸ ਪੁਆਇੰਟ ਨੂੰ ਹਾਈਲਾਈਟ ਕਰਕੇ ਲਿਖਣਾ, ਥੋੜ੍ਹਾ ਵੱਡਾ ਕਰਕੇ ਲਿਖਣਾ ਆ। ਬਾਕੀਆਂ ਨੂੰ ਜਿਹੜੀ ਉਹਨਾਂ ਦੀ ਡੈਫੀਨੇਸ਼ਨ ਹੁੰਦੀ ਹੈ, ਜੋ ਉਹਨਾਂ ਨੇ ਆਪਣੇ ਮੂੰਹ ਤੋਂ ਬੋਲਿਆ ਹੁੰਦਾ ਆ, ਉਸਨੂੰ ਇਨਵਰਟਡ ਕੋਮਿਆਂ ਦੇ ਵਿੱਚ ਕਵਰ ਕਰਨਾ ਆ। ਸੱਤਾ ਉਹ ਤਾਕਤ ਹੈ ਜੋ ਕਿਸੇ ਵਿਅਕਤੀ ਜਾਂ ਸੰਸਥਾ ਨੂੰ ਲੋਕਾਂ ਵੱਲੋਂ ਵਿਧਾਨਾਤਮਕ ਤਰੀਕੇ ਨਾਲ ਸਵੀਕਾਰ ਹੋਵੇ। ਯਾਨੀ ਕਿ ਉਹ ਵਿਅਕਤੀ ਜਾਂ ਸੰਸਥਾ ਵਿੱਚ ਉਹ ਤਾਕਤ ਹੈ, ਸੱਤਾ ਉਹ ਤਾਕਤ ਹੁੰਦੀ ਹੈ ਜੋ ਜੇਕਰ ਕਿਸੇ ਵਿਅਕਤੀ ਜਾਂ ਸੰਸਥਾ ਨੂੰ ਮਿਲ ਜੇ ਤਾਂ ਲੋਕਾਂ ਵੱਲੋਂ ਵਿਧਾਨਾਤਮਕ ਤਰੀਕੇ ਨਾਲ ਉਹ ਸਵੀਕਾਰਤਾ ਹੁੰਦੀ ਹੈ। ਰਾਬਰਟ ਡਾਹਲ ਦੇ ਅਨੁਸਾਰ ਸੱਤਾ ਉਹ ਸਮਰੱਥਾ ਹੈ ਜਿਸ ਦੁਆਰਾ ਇੱਕ ਵਿਅਕਤੀ ਸਮਝਾਉਣ ਵਾਸਤੇ, ਜਿਸ ਦੁਆਰਾ ਇੱਕ ਵਿਅਕਤੀ ਆ ਜਿਹੜਾ ਉਹ ਦੂਜੇ ਵਿਅਕਤੀ ਨੂੰ ਕੁਝ ਕਰਨ ਲਈ ਮਜਬੂਰ ਕਰਦਾ ਹੈ। ਜੇਕਰ ਮੇਰੇ ਕੋਲ ਸੱਤਾ ਹੈਗੀ ਹੈ ਤਾਂ ਮੈਂ ਦੂਸਰੇ ਵਿਅਕਤੀ ਨੂੰ ਮਜਬੂਰ ਕਰ ਸਕਦੀ ਹਾਂ ਕਿ ਇਹ ਕੰਮ ਉਹ ਕਰੇ। ਠੀਕ ਹੈ, ਇਹ ਥੋੜ੍ਹਾ ਪਾਵਰ ਨਾਲੋਂ ਅਲੱਗ ਕਨਸੈਪਟ ਹੁੰਦਾ ਆ ਅਤੇ ਕੁਐਸਚਨ ਆਮ ਆਉਂਦਾ ਆ ਕਿ ਡਿਫਰੈਂਸ ਬਿਟਵੀਨ ਪਾਵਰ ਐਂਡ ਅਥਾਰਟੀ। ਠੀਕ ਹੈ, ਇਹ ਵੀ ਕੁਐਸਚਨ ਜਿਹੜਾ ਆ ਆਪਾਂ ਜਲਦੀ ਕਰਵਾ ਦਾਂਗੇ। ਗਾਰਨਰ ਦੇ ਅਨੁਸਾਰ ਸੱਤਾ ਇੱਕ ਐਸੀ ਤਾਕਤ ਜਾਂ ਹੱਕ ਹੁੰਦਾ ਜੋ ਕਿਸੇ ਵਿਅਕਤੀ ਜਾਂ ਸੰਸਥਾ ਨੂੰ ਨਿਰਦੇਸ਼ ਜਾਰੀ ਕਰਨ ਅਤੇ ਉਹਨਾਂ ਦੀ ਪਾਲਣਾ ਕਰਵਾਉਣ ਦਾ ਹੱਕ ਦਿੰਦਾ ਹੈ। ਸੱਤਾ ਦੀ ਪ੍ਰਕਿਰਤੀ ਕੀ ਹੈ? ਨੇਚਰ ਆਫ ਅਥਾਰਟੀ ਕੀ ਹੈ? ਸੱਤਾ ਦੀਆਂ ਕੁਝ ਮੁੱਖ ਵਿਸ਼ੇਸ਼ਤਾਵਾਂ। ਇਹ ਥੋੜ੍ਹਾ ਜਿਹਾ ਨਾ ਬੱਚਾ ਜੀ ਕੀ ਹੋਇਆ ਵਾ, ਮਤਲਬ ਇਹ ਡਬਲ ਹੋ ਗਿਆ ਆ। ਠੀਕ ਹੈ, ਇਸ ਨੂੰ ਕੱਢ ਦਿਓ। ਸਿਰਫ ਸੱਤਾ ਦੀਆਂ ਕੁਝ ਮੁੱਖ ਵਿਸ਼ੇਸ਼ਤਾਵਾਂ। ਠੀਕ ਹੈ, ਵਿਧਾਨਾਤਮਕਤਾ ਯਾਨੀ ਕਿ ਲੈਜੀਟੀਮੇਸੀ, ਅਧਿਕਾਰ ਨੂੰ ਕਾਨੂੰਨੀ ਜਾਂ ਸਮਾਜਿਕ ਸਵੀਕਾਰਤਾ ਮਿਲਣੀ ਹੋਣੀ ਚਾਹੀਦੀ ਹੈ। ਇਹ ਕੀ ਆ? ਉਸਦੀ ਆ ਨੇਚਰ ਆ। ਜੇਕਰ ਉਸਦੇ ਕੋਲੇ ਕਾਨੂੰਨੀ ਜਾਂ ਸਮਾਜਿਕ ਸਵੀਕਾਰਤਾ ਨਹੀਂ ਹੈਗੀ, ਸਰਕਾਰ ਦੇ ਕੋਲੇ, ਹੁਣ ਦੇਖੋ ਸਰਕਾਰਾਂ ਕਿੰਨੇ ਟਾਈਪ ਦੀਆਂ ਨੇ, ਕਾਂਗਰਸ ਵੀ ਹੈ,
ਆਮ ਆਦਮੀ ਵੀ ਆ, ਭਾਜਪਾ ਵੀ ਆ, ਬਟ ਭਾਜਪਾ ਨੂੰ ਲੋਕਾਂ ਵੱਲੋਂ ਸਵੀਕਾਰਤਾ ਮਿਲੀ ਆ, ਜਿਸ ਕਰਕੇ ਭਾਜਪਾ ਜਿਹੜੀ ਸਰਕਾਰ ਹੈ, ਯਾਨੀ ਕਿ ਜਿਹੜੀ ਮੋਦੀ ਸਰਕਾਰ ਹੈ, ਜੇਕਰ ਕੋਈ ਉਹ ਫੈਸਲਾ ਕਰਦੀ ਹੈ ਤਾਂ ਲੋਕ ਉਸ ਨੂੰ ਮੰਨਣ ਲਈ ਮਜਬੂਰ ਹੁੰਦੇ ਨੇ। ਓਬੀਡੈਂਸ, ਆਗਿਆਕਾਰੀ, ਲੋਕ ਅਧਿਕਾਰੀ ਧਾਰੀ ਦੇ ਹੁਕਮਾਂ ਨੂੰ ਮੰਨਦੇ ਨੇ। ਠੀਕ ਆ। ਜਨਤਕ ਵੈਧਤਾ, ਪਬਲਿਕ ਵੈਲਿਡਿਟੀ, ਇਹ ਕਿਸੇ ਵਿਅਕਤੀ, ਸਮੂਹ ਜਾਂ ਸੰਸਥਾ ਦੁਆਰਾ ਕਾਨੂੰਨੀ ਤਰੀਕੇ ਨਾਲ ਚਲਾਇਆ ਜਾਂਦਾ ਆ। ਇਹ ਨਹੀਂ ਕਿ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਸੰਸਥਾ ਲਾਗੂ ਕਰ ਦੇਗੀ। ਲੋਕ ਉਸੇ ਸੰਸਥਾ ਨੂੰ ਮੰਨਦੇ ਨੇ ਜਿਸ ਕੋਲੇ ਪਬਲਿਕ ਵੈਲਿਡਿਟੀ ਹੈਗੀ ਆ, ਜਿਸ ਨੂੰ ਲੋਕ ਜਿਹੜੇ ਨੇ ਉਹ ਮਨਜ਼ੂਰ ਕਰਦੇ ਨੇ। ਬਲ ਦੀ ਥਾਂ ਪ੍ਰਵਾਨਗੀ, ਕੰਸੈਂਟ ਓਵਰ ਫੋਰਸ, ਸੱਤਾ ਜ਼ਬਰਦਸਤੀ ਨਹੀਂ ਬਲਕਿ ਪ੍ਰਵਾਨਗੀ ਅਤੇ ਆਧਾਰਿਤ ਹੁੰਦਾ। ਇਹ ਈਜ਼ੀ ਆ ਟੌਪਿਕ ਆ, ਇਸ ਨੂੰ ਤੁਸੀਂ ਆਪ ਵੀ ਕਵਰ ਕਰ ਸਕਦੇ ਜੋ। ਸੱਤਾ ਸਿੰਪਲੀਫਾਈ ਕੀ ਆ? ਸੱਤਾ ਉਹ ਆ ਜਿਸ ਨੂੰ ਪਬਲਿਕ ਵੈਲਿਡਿਟੀ ਮਿਲੀ ਹੋਵੇ, ਬਲ ਦੀ ਥਾਂ ਨਹੀਂ ਪ੍ਰਵਾਨਗੀ, ਯਾਨੀ ਕਿ ਇਸ ਨੂੰ ਸਿਰਫ ਕੀ ਹੈ, ਲੋਕਾਂ ਵੱਲੋਂ ਪ੍ਰਵਾਨਗੀ ਮਿਲੀ ਹੋਣੀ ਚਾਹੀਦੀ ਹੈ। ਜਾਂ ਫਿਰ ਲਗਾ ਲਓ ਜਿਵੇਂ ਰਾਜਿਆਂ ਦਾ ਸ਼ਾਸਨ ਸੀ, ਹੈ ਨਾ, ਤਾਂ ਉਹ ਪੀੜ੍ਹੀ ਦਰ ਪੀੜ੍ਹੀ ਚੱਲਦਾ ਸੀ। ਉਦੋਂ ਵੀ ਤਾਂ ਲੋਕ ਉਹਨਾਂ ਕੋਲੇ ਸੱਤਾ ਹੁੰਦੀ ਸੀ, ਜਿਸ ਕਰਕੇ ਲੋਕ ਉਹਨਾਂ ਦੇ ਜਿਹੜੇ ਫੈਸਲੇ ਸੀ ਉਹ ਮੰਨਣ ਲਈ ਮਜਬੂਰ ਹੁੰਦੇ ਸੀ, ਭਾਵੇਂ ਉਹ ਫੈਸਲੇ ਕਠੋਰ ਕਿਉਂ ਨਾ ਹੋਣ। ਵਿਧਾਨਾਤਮਕਤਾ ਉਹਨਾਂ ਕੋਲ ਲੈਜੀਟੀਮੇਸੀ ਹੋਣੀ ਜ਼ਰੂਰੀ ਹੈ, ਉਚਿਤਤਾ ਹੋਣੀ ਜ਼ਰੂਰੀ ਹੈ। ਸੱਤਾ ਕੋਲ ਸੱਤਾ ਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ ਨੇ? ਵੈਕਸ ਵੈਬਰ ਦੇ ਅਨੁਸਾਰ ਇਹ 3 ਕਿਸਮਾਂ ਵਿੱਚ ਵੰਡਿਆ ਗਿਆ। ਪਹਿਲੀ ਆ ਪਰੰਪਰਾਗਤ ਸੱਤਾ, ਟ੍ਰੈਡੀਸ਼ਨਲ ਅਥਾਰਟੀ। ਇਹ ਸੱਤਾ ਪੁਰਾਣੀ ਰਵਾਇਤਾਂ, ਰੀਤੀ ਰਿਵਾਜਾਂ ਅਤੇ ਵੰਸ਼ ਪ੍ਰਥਾ ਉੱਤੇ ਆਧਾਰਿਤ ਹੈ। ਰਾਜਿਆਂ ਤੇ ਮਹਾਰਾਜਿਆਂ ਦੀ ਸ਼ਾਸਨ ਪ੍ਰਣਾਲੀ। ਹੁਣ ਹੈ ਕਾਨੂੰਨੀ ਯੁਕਤ ਸੱਤਾ। ਇਹ ਸੱਤਾ ਸੰਵਿਧਾਨ ਜਾਂ ਕਾਨੂੰਨ ਦੁਆਰਾ ਨਿਰਧਾਰਿਤ ਹੈ, ਜਿਵੇਂ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਨਿਆਂਧੀਸ਼ ਯਾਨੀ ਕਿ ਜੱਜ ਜਾਂ ਪੁਲਿਸ। ਹੁਣ ਪੁਲਿਸ ਨੂੰ ਵੀ ਸਾਡੇ ਵੱਲੋਂ ਅਧਿਕਾਰ ਹੁੰਦਾ ਆ, ਸੰਵਿਧਾਨ ਦੇ ਵੱਲੋਂ ਅਧਿਕਾਰ ਹੈ, ਕਾਨੂੰਨ ਦੁਆਰਾ ਮਾਨਤਾ ਹੈ। ਪੁਲਿਸ ਜੇਕਰ ਨਾਕੇ 'ਤੇ ਰੋਕਦੀ ਹੈ ਤਾਂ ਸਾਨੂੰ ਰੁਕਣਾ ਜਿਹੜਾ ਜ਼ਰੂਰੀ ਹੁੰਦਾ, ਚਾਹੇ ਸਾਡੀ ਮਰਜ਼ੀ ਨਹੀਂ ਆ। ਪ੍ਰਧਾਨ ਮੰਤਰੀ ਕੋਈ ਫੈਸਲਾ ਕਰਦਾ, ਰਾਸ਼ਟਰਪਤੀ ਕੋਈ ਫੈਸਲਾ ਕਰਦਾ, ਉਹ ਅਸੀਂ ਮੰਨਣ ਦੇ ਲਈ ਮਜਬੂਰ ਹੁੰਦੇ ਹਾਂ। ਕੈਰਿਸ਼ਮੈਟਿਕ ਸੱਤਾ। ਇਹ ਸੱਤਾ ਕਿਸੇ ਵਿਅਕਤੀ ਦੀ ਵਿਅਕਤੀਗਤ ਗੁਣਵੱਤਾ, ਕ੍ਰਿਸ਼ਮੇ ਜਾਂ ਵਿਲੱਖਣਤਾ ਉੱਤੇ ਆਧਾਰਿਤ ਹੁੰਦਾ ਹੈ, ਜਿਵੇਂ ਮਹਾਤਮਾ ਗਾਂਧੀ, ਭਗਤ ਸਿੰਘ ਅਤੇ ਨੈਪੋਲੀਅਨ। ਸਿੱਟਾ ਕੀ ਨਿਕਲਿਆ ਇਸਦਾ? ਕਨਕਲੂਡ ਕੀ ਨਿਕਲਿਆ? ਸੱਤਾ ਕਿਸੇ ਵੀ ਰਾਜਨੀਤਿਕ ਅਤੇ ਸਮਾਜਿਕ ਪ੍ਰਣਾਲੀ ਦਾ ਬੁਨਿਆਦੀ ਤੱਤ ਹੈ। ਇਸ ਦੀ ਵਿਧਾਨਾਤਮਕਤਾ, ਆਗਿਆਕਾਰੀ ਅਤੇ ਪ੍ਰਕਿਰਤੀ ਆਧਾਰ 'ਤੇ ਉਹ ਰਾਜਨੀਤੀ ਵਿਗਿਆਨ ਵਿੱਚ ਇੱਕ ਮਹੱਤਵਪੂਰਨ ਵਿਸ਼ਾ ਹੈ। ਸੱਤਾ ਦੀ ਜਿਹੜੀ ਸਮਝ ਆ ਉਹ ਰਾਜਨੀਤਿਕ ਪ੍ਰਣਾਲੀ ਦੇ ਕੰਮ ਕਰਨ ਦੇ ਢੰਗ ਨੂੰ, ਤਰੀਕੇ ਨੂੰ ਬਹੁਤ ਵਧੀਆ ਤਰੀਕੇ ਨਾਲ ਵਿਖਾਉਂਦੀ ਹੈ ਕਿ ਸੱਤਾ ਜਿਹੜੀ ਹੈ, ਜਿਸ ਵਿਅਕਤੀ ਦੇ ਕੋਲੇ ਸੱਤਾ ਹੈ ਉਹ ਕਿਵੇਂ ਦਾ ਕੰਮ ਕਰਦਾ ਪਿਆ ਹੈ। ਇਸ ਨੂੰ ਅਸੀਂ ਕੀ ਬੋਲਦੇ ਹਾਂ? ਸੱਤਾ। ਠੀਕ ਹੈ, ਇਹ ਸਾਡਾ ਅੱਜ ਪੂਰਾ ਜਿਹੜਾ ਟੌਪਿਕ ਕਵਰ ਹੋ ਗਿਆ ਆ। ਤੁਸੀਂ ਇਸ ਨੂੰ ਆਪਣੀ ਕਾਪੀ ਦੇ ਉੱਤੇ ਨੋਟ ਕਰ ਸਕਦੇ ਜੋ, ਨਹੀਂ ਤੇ ਮੇਰੇ ਅਕੋਰਡਿੰਗ ਈਜ਼ੀ ਜਿਹਾ ਹੈਗਾ ਸੀ। ਜੇਕਰ ਪੇਪਰ ਤੋਂ ਪਹਿਲਾਂ ਇੱਕ ਵਾਰ ਫੇਰ ਵੀਡੀਓ ਦੇਖ ਲਓਗੇ ਤੇ ਤੁਹਾਨੂੰ ਹੋਰ ਵੀ ਕਿਤਿਓਂ ਪੜ੍ਹਨ ਦੀ ਲੋੜ ਨਹੀਂ ਹੈਗੀ। ਈਜ਼ੀ ਜੀ ਡੈਫੀਨੇਸ਼ਨ ਸੀ, ਸਭ ਕੁਝ ਈਜ਼ੀ ਵਰਡਿੰਗ ਸੀ। ਜੇਕਰ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਚੈਨਲ ਵਿਜ਼ਿਟ ਕਰਕੇ ਹੋਰ ਵੀ ਵੀਡੀਓਜ਼ ਦੇਖ ਸਕਦੇ ਜੋ। ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਰੱਖਿਓ, ਕਿਉਂਕਿ ਆਉਣ ਵਾਲੀਆਂ ਜਿੰਨੀਆਂ ਵੀ ਅਪਡੇਟਸ ਹੋਣਗੀਆਂ, ਇੰਪੋਰਟੈਂਟ ਕੁਐਸਚਨ ਹੋਣਗੇ, ਪ੍ਰੀਵੀਅਸ ਈਅਰ ਦੇ ਕੁਐਸਚਨ ਪੇਪਰ ਹੋਣਗੇ, ਤੁਹਾਨੂੰ ਇਸ ਚੈਨਲ ਦੇ ਉੱਤੇ ਪ੍ਰੋਵਾਈਡ ਹੋ ਜਾਣਗੇ। ਥੈਂਕ ਯੂ।